ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਵੱਡੀਆਂ ਤੇ ਚਲੰਤ ਖਬਰਾਂ ਦੇ ਉੱਤੇ ਅਸੀਂ ਕਰਾਂਗੇ। ਸ਼ੁਰੂਆਤ ਇੱਥੋਂ ਕਿ ਗੁਰਨਾਮ ਸਿੰਘ ਚੜੂਨੀ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਨਾਲ ਰਲ ਕੇ ਚੋਣ ਮੈਦਾਨ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਲ ਜਿਹੜਾ ਉਹ ਕਿਸਮਤ ਅਜਮਾ ਰਹੇ ਨੇ। ਉਹਨਾਂ ਦੀ ਪਾਰਟੀ ਜਿਹੜੀ ਅਜਮਾ ਰਹੀ ਹੈ ਸੰਯੁਕਤ ਸੰਘਰਸ਼ ਪਾਰਟੀ ਆ ਪੰਜਾਬ ਦੇ ਵਿੱਚ। ਨਾਲੋਂ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ, ਜਿਹੜੀ ਇੱਕ ਵੱਡੀ ਧਿਰ ਹੈ ਉਹਨਾਂ ਦੀ, ਜਿਹਦੇ ਵਿੱਚ ਤਕਰੀਬਨ ਦੇਸ਼ ਭਰ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਨੇ, ਉਹਨਾਂ ਦੇ ਵੱਲੋਂ ਸਾਥ ਨਾ ਦਿੱਤੇ ਜਾਣ ਤੋਂ ਚੜੂਨੀ ਸਾਹਿਬ ਖਫਾ ਨੇ। ਹਾਲਾਂਕਿ ਰਾਜੇਵਾਲ ਸਾਹਿਬ ਤਾਂ ਕਹਿੰਦੇ ਨੇ ਕਿ ਕਿਸਾਨ ਲੀਡਰ ਜਿਹੜੇ ਉਗਰਾਹਾਂ ਸਾਹਿਬ ਵਰਗੇ ਨੇ ਜਾਂ ਹੋਰ ਨੇ, ਉਹ ਸਾਡੇ ਹੀ ਭਰਾ ਨੇ, ਛੋਟੇ ਨੇ, ਸਾਡੇ ਨਾਲ ਹੀ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਜਦੋਂ ਚੜੂਨੀ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਵਿਸ਼ਵਾਸਘਾਤ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ, ਤੁਸੀਂ ਮਤਲਬ ਕਿ ਗੈਰ ਸਿਆਸੀ ਹੋ ਜਾਂ ਸਿਆਸੀ ਹੋ, ਇਹਦੇ ਬਾਰੇ ਥੋੜਾ ਸਪਸ਼ਟ ਹੋਣਾ ਚਾਹੀਦਾ। ਇੱਥੋਂ ਸ਼ੁਰੂ ਕਰਾਂਗੇ ਗੱਲ, ਤੇ ਹੋਰ ਵੀ ਨਾਲੋਂ ਨਾਲ ਖਬਰਾਂ ਹੋਣਗੀਆਂ ਜੋ ਕੁਝ ਪੰਜਾਬ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਚੱਲ ਰਿਹਾ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ। ਪ੍ਰੋਫੈਸਰ ਸਾਹਿਬ, ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਸ ਪੱਧਰ ਦੀ ਹਮਾਇਤ ਨਾ ਆਣਾ ਜਿਵੇਂ ਦੀ ਕਿਸਾਨਾਂ ਨੂੰ ਸਿਆਸੀ ਤੌਰ ਦੇ ਉੱਤੇ ਚਾਹੀਦੀ ਹੈ, ਉਹ ਤੋਂ ਬਾਅਦ ਜਿਵੇਂ ਚੜੂਨੀ ਸਾਹਿਬ ਕਹਿ ਰਹੇ ਨੇ, ਜਿਵੇਂ ਕਿਸੇ ਨੇ ਕਿਹਾ ਕਿ ਜੇਕਰ ਸਿਆਸਤ ਦੇ ਵਿੱਚ ਚਣਕਿਆ ਕਹਿੰਦਾ ਕਿ ਜੇ ਮਾੜੇ ਲੋਕ ਅੱਗੇ ਰਹੇ, ਚੰਗੇ ਨਾ ਆਏ, ਤਾਂ ਫਿਰ ਉਹ ਮਾੜੇ ਤੁਹਾਨੂੰ ਦਬਾ ਲੈਣਗੇ। ਦੇਖੋ, ਇੱਕ ਆਪਾਂ ਨੂੰ ਬੜਾ ਕਲੀਅਰਲੀ ਸੁਖਵਿੰਦਰ ਇੱਕ ਸਮਝ ਲੈਣਾ ਚਾਹੀਦਾ ਫਰਕ। ਜਿਹੜਾ ਸੰਘਰਸ਼ ਦੀਆਂ ਦੋਸਤੀਆਂ ਆ, ਜਿਹੜੀਆਂ ਦਿੱਲੀ ਦੇ ਵਿੱਚ ਬਣੀਆਂ, ਇੱਕ ਦੂਜੇ ਨਾਲ ਨੇੜਤਾ ਆਈ। ਮੈਂ ਖੁਦ ਅਗਰਾਹਾਂ ਸਾਹਿਬ ਨੂੰ, ਜਿਹੜੇ ਕਿ BKU ਅਗਰਾਹਾਂ ਦੇ ਪ੍ਰਧਾਨ ਆ, ਬੜੇ ਨਾਮੀ ਖਾਮੀ ਹੈਗੇ ਆ, ਇਹ ਕਹਿੰਦੇ ਸੁਣਿਆ ਕਿ ਅਸੀਂ ਜਿਹੜੇ ਨੌਨ ਲੈਫਟ ਸੀਗੇ, ਫਾਰ ਇੰਸਟੈਂਸ ਰਾਜੇਵਾਲ ਜਾਂ ਹੋਰ, ਉਹਨਾਂ ਪ੍ਰਤੀ ਸਾਡਾ ਐਟੀਟਿਊਡ ਬੜਾ ਇਉਂ ਲੱਗਦਾ ਸੀਗਾ ਕਿ ਪਤਾ ਨਹੀਂ ਇਹ ਤੇ ਹਮੇਸ਼ਾ ਕਾਰਪੋਰੇਟਾਂ ਨਾਲ ਜਾਂ ਇੰਜ ਨਾ ਹੋਣ। ਇਹ ਸ਼ਬਦ ਨਹੀਂ ਸੀ ਉਹਨਾਂ ਦੇ, ਪਰ ਉਹਨਾਂ ਨੂੰ ਇੰਜ ਲੱਗਦਾ ਸੀ ਕਿ ਸਾਨੂੰ ਇੰਜ ਲੱਗਦਾ ਸੀ ਕਿ ਸਾਡੀ ਕੋਈ ਨੇੜਤਾ ਕਿਸੇ ਇਸ਼ੂ ਤੇ ਹੋ ਨਹੀਂ ਸਕਦੀ ਬਹੁਤੀ, ਕਿਉਂਕਿ ਅਸੀਂ ਅਲੱਗ ਵਿਚਾਰਧਾਰਾ ਦੇ ਆ, ਇਹ ਅਲੱਗ ਵਿਚਾਰਧਾਰਾ ਦੇ ਆ। ਇਹ ਜਿਹੜੇ ਉਹਨਾਂ ਦੇ ਸ਼ਬਦਾਵਲੀ ਆ ਵੀ ਵੱਡੀ ਕਿਸਾਨੀ ਜੇ, ਪਰ ਕਹਿੰਦੇ ਅਸੀਂ ਹੁਣ ਪ੍ਰੈਕਟਿਸ ਦੇ ਵਿੱਚ ਆ ਕੇ ਦੇਖਿਆ ਕਿ ਨਹੀਂ, ਅਸੀਂ ਤੇ ਬਹੁਤ ਇੱਕ ਦੂਜੇ ਦੇ ਨੇੜੇ ਆ, ਕੋਈ ਬਹੁਤਾ ਫਰਕ ਨਹੀਂ ਹੈ। ਉਹ ਬੜੇ ਵਧੀਆ ਢੰਗ ਨਾਲ ਸਮੁੱਚੀ ਕਿਸਾਨੀ ਦਾ, ਭਾਵੇਂ ਗਰੀਬ ਭਾਵੇਂ ਅਮੀਰ, ਉਹਨਾਂ ਦੀ ਉੱਥੇ ਉਹ ਨੁਮਾਇੰਦਗੀ ਕਰਦੇ, ਮਿਨਿਸਟਰੀ ਤੱਕ ਬਹਿਸਾਂ ਕਰਦੇ ਨਜ਼ਰ ਆਏ। ਇਹ ਗੱਲਾਂ ਤੇ ਸਾਡੇ ਆਪਣੇ ਉੱਥੇ ਸੁਣਨ ਦੀਆਂ। ਹੁਣ ਜਦੋਂ ਚੱਲ ਇਹ ਤੇ ਹੈਗੀਆਂ ਜਿੱਥੋਂ ਤੱਕ ਸੰਘਰਸ਼ ਦੀਆਂ ਏਕਾ, ਸੰਘਰਸ਼ ਦੇ ਵਿੱਚ ਇੱਕ ਦੂਜੇ ਦਾ ਭਰੋਸੇਯੋਗਤਾ ਜਿਹੜੀ ਬਣਨੀ ਤੇ ਨੇੜਤਾ ਹੋਣੀ। ਰਹੀ ਗੱਲ ਹੁਣ ਰਾਜਨੀਤੀ ਦੀ, ਰਾਜਨੀਤੀ ਬਾਰੇ ਕੁਝ ਯੂਨੀਅਨਾਂ ਦੇ ਬੜੇ ਕੱਟੜ ਵਿਚਾਰ ਹੈਗੇ ਆ ਕਿ ਨਾ, ਇੱਥੇ ਨਹੀਂ ਅਸੀਂ ਜਾਣਾ, ਇਹ ਤੇ ਕੰਮੇ ਹੀ ਮਾੜਾ, ਇਹ ਤੇ ਟੱਚ ਮੀ ਨਾਟ ਆ, ਇੱਥੇ ਜਿਹੜਾ ਗਿਆ ਚਿੱਕੜ ਚ ਲਿਬੜੇ ਆਈ ਆ। ਇਹੋ ਜਿਹੇ ਉਹਨਾਂ ਦੇ ਵਿਚਾਰ ਬਣੇ ਹੋਏ ਆ। ਯਾਨੀ ਇਹ ਨਹੀਂ ਕਿ ਉਹ ਬਿਲਕੁਲ ਕੋਈ ਸੱਤਾ ਚਾਹੁੰਦੇ ਨਹੀਂ, ਉਹ ਚਾਹੁੰਦੇ ਆ ਕਿ ਜਾਂ ਤੇ ਸੱਤਾ ਸਾਡੇ ਹੱਥ, ਯਾਨੀ ਜੋ ਅਸੀਂ ਚਾਹੁੰਦੇ ਆ, ਜਿਸ ਵਿਚਾਰਧਾਰਾ ਦੇ ਤਹਿਤ ਚਾਹੁੰਦੇ ਆ, ਉਸ ਤਰੀਕੇ ਨਾਲ ਵੱਡੀ ਸੱਤਾ ਸਾਰੇ ਦੇਸ਼ 'ਚ ਸਾਡੇ ਹੱਥ ਆ ਜਾਏ। ਉਹ ਹੁਣ ਕਿੱਦਾਂ ਕਹੀਏ, ਕਿੱਦਾਂ ਸੋਚੀਏ। ਹੁੰਦਾ ਪ੍ਰੈਕਟੀਕਲੀ ਇਹ ਹੈ ਕਿ ਜਦੋਂ ਹੀ ਤੁਸੀਂ ਮੈਦਾਨ 'ਚ ਉਤਰਦੇ ਆ ਤਾਂ ਉਦੋਂ ਬਹੁਤ ਥੋੜੀਆਂ ਵੋਟਾਂ, ਕੋਈ ਵੀ ਲੈਫਟ ਵਾਲੇ ਹੋਰ ਵੀ ਜਿਹੜੇ ਕਰ ਰਹੇ ਆ, ਬਹੁਤ ਥੋੜੀਆਂ ਵੋਟਾਂ ਪੈਂਦੀਆਂ। ਕਾਰਨ ਉਹ ਆਪ ਹੀ ਜਾਣਨ, ਸਾਨੂੰ ਕੋਈ ਦੱਸਣ ਦੀ ਬਹੁਤੀ ਲੋੜ ਨਹੀਂ। ਇਸੇ ਲਈ ਜਦੋਂ ਹੁਣ ਇਹ ਸਾਰੇ ਵੋਟਾਂ ਦਾ ਮਾਮਲਾ ਆਇਆ ਤੇ ਜਿਹੜੇ ਧੜੇ ਇਹ ਕਹਿ ਰਹੇ ਆ, ਪਹਿਲਾਂ ਤੇ ਸਿੱਧਾ ਚੋਣਾਂ ਦਾ ਬਾਈਕਾਟ ਕਰੋ ਦਾ ਨਾਰਾ ਦਿੰਦੇ ਸੀ। ਉਹ ਬਾਈਕਾਟ ਤੇ ਕਿਸੇ ਨੇ ਕੀਤਾ ਨਹੀਂ, ਉਲਟਾ ਬਾਈਕਾਟ ਉਹ ਨਾਰੇ ਦਾ ਹੀ ਹੋ ਜਾਂਦਾ ਸੀਗਾ। ਕਿਉਂਕਿ ਜਦੋਂ ਵੋਟਾਂ ਲੋਕ ਪਾਈ ਜਾਂਦੇ ਆ, ਉਸ ਏਰੀਏ 'ਚੋਂ ਵੀ ਵੱਡੇ ਪੱਧਰ ਤੇ ਵੋਟਾਂ ਪੈਂਦੀਆਂ ਜਿੱਥੇ ਇਹ ਯੂਨੀਅਨਾਂ ਚੋਣਾਂ ਤੋਂ ਪਰੇ ਹਟਦੀਆਂ ਆ। ਇਹ ਗੱਲ ਬੜੀ ਸਾਫ਼ ਹੈਗੀ ਹੈ ਤੇ ਅੰਕੜੇ ਹੈਗੇ ਆ ਨਾ ਤੁਹਾਡੇ ਕੋਲ। ਫਿਰ ਅਸੀਂ ਬਾਈਕਾਟ ਕਿਹਦਾ ਕਰਦੇ? ਮੇਰਾ ਖਿਆਲ ਹੈ ਕਿ ਰਾਜੇਵਾਲ ਜੀ ਜਿਵੇਂ ਬਾਰ-ਬਾਰ ਉਹਨਾਂ ਤੇ ਭਰੋਸਾ ਜਤਾਉਂਦੇ ਆ, ਹਾਲਾਂਕਿ ਉਹਨਾਂ ਦੇ ਸ਼ਬਦ ਇਹ ਹੁੰਦੇ ਆ ਵੀ ਵੋਟ ਉਹਨਾਂ ਨੇ ਹੋਰ ਕਿਹਨੂੰ ਪਾਉਣੀ ਆ। ਮੇਰੇ ਸ਼ਬਦ ਇਹ ਤੇ ਨਹੀਂ ਹੈ। ਮੇਰਾ ਖਿਆਲ ਉਹਨਾਂ ਦਾ ਮਤਲਬ ਇਹ ਹੈ ਕਿ ਉਹ ਸਾਡੇ ਭਰਾ ਆ, ਉਹ ਇਸ ਮਾਣ 'ਚ ਕਹਿੰਦੇ ਆ ਕਿ ਵੋਟ ਹੋਰ ਕਿਹਨੂੰ ਪਾਉਣੀ ਆ, ਵੀ ਸਾਡੇ ਵੀਰ ਆ, ਅਸੀਂ ਇਕੱਠੇ ਸੰਘਰਸ਼ ਕੀਤਾ ਤੇ ਵੋਟ ਤੇ ਉਹ ਫਿਰ ਕਿਤੇ ਹੋਰ ਤੇ ਨਹੀਂ ਪਾਉਣਗੇ। ਕੀ ਅੱਜ ਉਹ ਕਿਸੇ ਰਵਾਇਤੀ ਪਾਰਟੀਆਂ ਨੂੰ ਪਾ ਦੇਣਗੇ ਜਾਂ ਕੇਜਰੀਵਾਲ ਨੂੰ ਪਾ ਦੇਣਗੇ, ਉਹਦੇ ਚਿਹਰੇ ਨੂੰ ਪਾ ਦੇਣਗੇ? ਇਹ ਕਹਿੰਦੇ ਕਿ ਮੈਨੂੰ ਇਹੋ ਜਿਹਾ ਭਰੋਸਾ ਨਹੀਂ ਲੱਗਦਾ, ਸਾਨੂੰ ਇਹੀ ਲੱਗਦਾ ਕਿ ਉਹ ਸਾਨੂੰ ਹੀ ਵੋਟ ਪਾਉਣਗੇ।
ਇਹ ਬਾਰ-ਬਾਰ ਮੀਡੀਆ ਦੇ ਵਿੱਚ ਸਵਾਲ ਖੜਾ ਕੀਤਾ ਜਾਂਦਾ, ਦੇਖੋ ਜੀ ਐਸਕੇਐਮ ਬਹੁਤ ਵੱਡਾ ਮੋਰਚਾ ਸੀ, ਸਾਰੇ ਲੋਕਾਂ ਦੀ ਸਪੋਰਟ ਸੀ, ਫਿਰ ਹੁਣ ਇੰਝ ਹੋ ਗਿਆ, ਫਿਰ ਚੜੂਨੀ ਇੱਧਰ ਨੂੰ ਚਲਾ ਗਿਆ, ਫਿਰ ਚੜੂਨੀ ਫਿਰ ਇੱਕ ਸਾਂਝਾ ਮਹਾਜ ਬਣਾ ਲਿਆ। ਇਹ ਹੁੰਦਾ ਸੱਤਾ ਦੀ ਖੇਲ ਦੇ ਵਿੱਚ ਇਹ ਨਾਰਮਲ ਚੀਜ਼ਾਂ ਹੈਗੀਆਂ। ਜਿਵੇਂ ਬਿਲਕੁਲ ਆ ਕਰੋਨਾ ਜਦੋਂ ਹੁੰਦਾ ਤੇ ਇਹਨੂੰ ਹਟਾਉਣ ਲਈ ਕੀ ਕਰਦੇ ਆ ਵੀ ਇੱਕ ਹੋਰ ਉਹਦਾ ਕਰੋਨਾ ਦਾ ਕਮਜ਼ੋਰ ਕਰੋਨੇ ਦਾ ਟੀਕਾ ਲਾ ਦਿੰਦੇ ਆ, ਤੁਹਾਡੀ ਬਾਡੀ ਦੇ ਅੰਦਰ ਤੁਹਾਨੂੰ ਬੁਖਾਰ ਵੀ ਹੁੰਦਾ 5-7 ਦਿਨ, ਕਈ ਤੇ ਉਲਟੇ ਸਿੱਧੇ ਜੇ ਵੀ ਹੁੰਦੇ, ਪਰ ਤੁਸੀਂ ਠੀਕ ਹੁੰਦੇ ਆ। ਇਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਜਿਹੜਾ ਉਹਦੇ ਵਿੱਚ ਸਾਰੀਆਂ ਗੱਲਾਂ ਉੱਪਰ ਥੱਲੇ ਦੀਆਂ, ਕੋਈ ਟੁੱਟਦਾ, ਕੋਈ ਨੇੜੇ ਆਉਂਦਾ, ਕੋਈ ਟੁੱਟ, ਉਹ ਇੱਕ ਉਹਦਾ ਇੱਕ ਰਾਜਨੀਤੀ ਦੀ ਜਾਂ ਸੱਤਾ ਦੀ ਖੇਲ ਦੇ ਵਿੱਚ ਇੱਕ ਤੌਰ ਤਰੀਕਾ ਆ। ਜਾਂ ਤੇ ਤੁਸੀਂ ਇੰਝ ਹੋਵੇ ਕਿ ਇੱਕ ਬਹੁਤ ਤਕੜੀ ਸਟਰੋਂਗ ਪਾਰਟੀ ਹੋਵੇ, ਜਿਵੇਂ ਕਲਾਸੀਕਲ ਰੈਵੋਲੂਸ਼ਨ ਹੋਏ ਆ, ਰੂਸ ਦੇ ਵਿੱਚ ਹੋਇਆ, ਚੀਨ ਚ ਹੋਇਆ, 20 ਸਾਲ ਲੱਗੇ ਰਹੇ, ਉਦੋਂ ਬਾਅਦ ਉਹਨਾਂ ਨੇ ਲੌਂਗ ਮਾਰਚ ਤੋਂ ਬਾਅਦ ਕੀਤਾ। ਇਸ ਤਰ੍ਹਾਂ ਹੀ ਬ੍ਰਿਟਿਸ਼ ਰੈਵੋਲੂਸ਼ਨ 17th ਸੈਂਚੁਰੀ, ਅਮਰੀਕਨ ਰੈਵੋਲੂਸ਼ਨ, ਇਹ ਸਾਰੇ ਵੱਡੇ ਇਨਕਲਾਬ ਹੋਏ ਆ। ਫ੍ਰੈਂਚ ਰੈਵੋਲੂਸ਼ਨ ਹੋਇਆ 1789 ਦਾ। ਜਾਂ ਤੇ ਉਸ ਕਿਸਮ ਦੇ ਉਹਦੇ ਲਈ ਬਹੁਤ ਵੱਡਾ ਉਪਰਾਲਾ, ਬਹੁਤ ਵੱਡੀ ਵਿਜ਼ਨ, ਬਹੁਤ ਵੱਡੀ ਆਰਗੇਨਾਈਜੇਸ਼ਨ ਤੇ ਬੜੀ ਹਿੰਮਤ ਤੇ ਬੜੀ ਦਲੇਰੀ ਦੇ ਨਾਲ ਬੜੀ ਵੱਡੀ ਪਲੈਨਿੰਗ ਤੇ ਸਹਿਜ ਬੜਾ ਲੰਬਾ ਸਮਾਂ ਉਸ ਫਲ ਨੂੰ ਪਕਾਉਣ ਲਈ ਲੱਗਦਾ, ਉਸ ਰਾਜਨੀਤੀ ਨੂੰ ਚਲਾਉਣ ਦੇ ਵਿੱਚ ਸਿਰੇ ਚਾੜਨ ਲਈ ਲੱਗਦਾ। ਇਹੋ ਵੀ ਨਾਲੋਂ ਨਾਲ ਵੇਖਣਾ ਚਾਹੀਦਾ ਕਿ ਇੰਨੀ ਜ਼ਿਆਦਾ ਜਦੋਂ ਆਪਾਂ ਇੰਤਜ਼ਾਰ ਕਰਦੇ ਹਾਂ, ਕੋਈ ਵੀ ਸਟੈਪ ਨਹੀਂ ਲੈਂਦੇ ਵੀ ਕੀ ਅਸੀਂ ਅੱਗੇ ਨੂੰ ਵਧ ਰਹੇ ਹਾਂ ਕਿ ਪਿੱਛੇ ਨੂੰ ਜਾ ਰਹੇ ਹਾਂ। ਇਹ ਵੀ ਤੇ ਨਾਲੋਂ ਨਾਲ ਤੁਹਾਨੂੰ ਕਰਨਾ ਪਊ ਨਾ। ਬਿਲਕੁਲ ਹਾਂ, ਕਿ ਕੀ ਅਸੀਂ ਜਿਹੜੇ ਆਪਣੇ ਤੈਅਸ਼ੁਦਾ ਗੋਲ ਤੋਂ ਪਿੱਛੇ ਹਟਦੇ ਜਾ ਰਹੇ ਹਾਂ, ਲੋਕ ਅੱਗੇ ਤੁਰੇ ਜਾਂਦੇ ਆ, ਜਾਂ ਲੋਕ ਆਪਣੇ ਮਸਲਿਆਂ ਦੀ ਅੱਜ ਦੀ ਤਰੀਕ 'ਚ ਹੱਲ ਚਾਹੁੰਦੇ ਆ, ਅਸੀਂ ਵੱਡੇ ਹੱਲ ਦਾ ਓਵਰਆਲ ਦਿੰਦੇ ਆ। ਇਹ ਸਾਰੇ ਮਸਲੇ ਜਦੋਂ ਤੁਸੀਂ ਰਾਜਨੀਤੀ ਚਾਹੁੰਦੇ ਆ ਤੇ ਤੁਹਾਨੂੰ ਉਹਦਾ ਕਨਫਰੰਟ ਕਰਨਾ ਪੈਂਦਾ, ਤੁਹਾਨੂੰ ਉਹਦਾ ਸਾਹਮਣਾ ਕਰਨਾ ਪੈਂਦਾ। ਪਰ ਫਿਰ ਵੀ ਮੈਨੂੰ ਲੱਗਦਾ ਕਿ ਐਸਐਸਐਮ ਜਿਹੜਾ ਮੇਰਾ ਕਹਿਣ ਦਾ ਮਤਲਬ ਇਹ ਆ, ਜਿਹੜਾ ਸੰਯੁਕਤ ਸਮਾਜ ਦਾ ਮੋਰਚਾ ਬਣਿਆ, ਮੈਂ ਅੱਜ ਦੀ ਤੁਹਾਨੂੰ ਇੱਕੋ ਗੱਲ ਦੱਸਾਂ, ਮੈਂ ਪਹਿਲੇ ਦਿਨ ਕੰਪੇਨ ਦੇ ਅੰਦਰ ਜਾ ਕੇ ਦੇਖਿਆ, ਇੰਨੇ ਦਿਨਾਂ ਬਾਅਦ ਟਾਈਮ ਨਹੀਂ ਸੀ ਲੱਗਦਾ, ਅਜੇ ਵੀ ਟਾਈਮ ਸਾਡੇ ਕੋਲ ਥੋੜਾ ਆ, ਪਰ ਮੈਨੂੰ ਬੁਲਾਇਆ ਗਿਆ ਸੀਗਾ ਕਿ ਤੁਸੀਂ ਆਓ ਇੱਥੇ ਖਮਾਣੋਂ ਦੇ ਵਿੱਚ ਬਸੀ ਪਠਾਣਾ ਦਾ ਇੱਕ ਦਫ਼ਤਰ ਕੈਂਡੀਡੇਟ ਦਾ ਖੋਲਿਆ ਆ, ਤੇ ਉੱਥੇ ਆ ਕੇ ਤੁਸੀਂ ਫੀਤਾ ਕੱਟ ਜਾਓ। ਮੈਂ ਕਿਹਾ ਯਾਰ ਮੇਰਾ ਤੇ ਇਹ ਗੱਲਾਂ ਦਾ ਨਹੀਂ ਜੀ, ਜ਼ਰੂਰ ਆਓ ਤੁਸੀਂ ਫੀਤਾ ਕੱਟ ਜਾਓ। ਮੈਂ ਗਿਆ ਫੀਤਾ ਕੱਟਣ। ਹੈਰਾਨੀ ਦੀ ਗੱਲ ਇਹ ਹੈ ਕਿ ਸਾਰੀਆਂ ਯੂਨੀਅਨਾਂ ਦੇ ਲੀਡਰ ਉੱਥੇ ਇਕੱਠੇ ਸੀ, ਉਹਨਾਂ ਦੇ ਵੀ ਜਿਹੜੇ ਚੋਣਾਂ ਲੜਦੇ ਆ, ਉਹਨਾਂ ਦੇ ਵੀ ਜਿਹੜੇ ਚੋਣਾਂ ਕਹਿੰਦੇ ਵੀ ਨਹੀਂ ਲੜਨੀਆਂ। ਔਰ ਕੱਲਾ ਉਹ ਇਕੱਠੇ ਹੀ ਨਹੀਂ ਸੀ, ਉਹਨਾਂ ਨੇ ਭਾਸ਼ਣ ਵੀ ਦਿੱਤੇ। ਔਰ ਇੱਕ ਬਜ਼ੁਰਗ ਨੇ ਜਿਹੜਾ ਭਾਸ਼ਣ ਦਿੱਤਾ, ਮੈਂ ਐਂ ਜੀ ਕਰੇ ਕਿ ਉਹਦੇ ਪੈਰੀਂ ਹੱਥ ਲਾਈਏ। ਐਨ ਸਾਡੇ ਵਾਂਗੂ ਦੇਖਣ ਨੂੰ ਬਿਲਕੁਲ ਦੇਸੀ ਬਜ਼ੁਰਗ ਸੀ, ਮੇਰਾ ਖਿਆਲ 75 ਸਾਲਾਂ ਦਾ ਹੋਊ, ਆਵਾਜ਼ ਇੰਜੀ ਖੜਕਵੀਂ ਤੇ ਟਣਕਵੀਂ। ਮੈਂ ਕਿਹਾ ਵੀ ਬੱਲੇ ਬੱਲੇ ਬੱਲੇ, ਵੀ ਇਹ ਹੈਗੀ ਆ ਐਸਐਸਐਮ ਦੀ ਅਚੀਵਮੈਂਟ। ਇਹ ਲੋਕਾਂ ਨੂੰ ਖੜੇ ਕੀਤਾ, ਜ਼ੁਬਾਨ ਦਿੱਤੀ, ਸਿਰ ਉੱਚਾ ਉਠਾ ਕੇ ਇਹਨਾਂ ਪਾਰਟੀਆਂ ਦੇ ਸਾਹਮਣੇ ਖੜੇ ਹੋਣ ਲਈ ਇੱਕ ਪਲੇਟਫਾਰਮ ਬਖਸ਼ਿਆ। ਮੈਨੂੰ ਨਹੀਂ ਪਤਾ ਕਿੰਨਾ ਸੱਤਾ 'ਚ ਜਾਂਦੇ ਆ, ਸਰਕਾਰ ਬਣਾਉਂਦੇ ਨਹੀਂ ਬਣਾਉਂਦੇ, ਪਰ ਉਹਨਾਂ ਨੂੰ ਕਿਸੇ ਦੇ ਹੱਥੀਂ ਅਸੀਂ ਬੇਇੱਜ਼ਤ ਹੋਣ ਤੋਂ ਬਚਾਇਆ। ਇਹ ਦੱਸਿਆ ਕਿ ਆਹ ਤੁਹਾਡਾ ਧੜਾ ਆ ਇੱਥੇ ਦਾ, ਇਸ ਧੜੇ ਦੇ ਵਿੱਚ ਤੁਸੀਂ ਇੱਥੇ ਹੀ ਇਸ ਡੱਬੇ ਦੇ ਵਿੱਚ ਆਪਣੀਆਂ ਵੋਟਾਂ ਪਾਉਣੀਆਂ, ਔਰ ਇਸ ਜਿਹੜਾ ਸੰਯੁਕਤ ਆਪਣਾ ਸਮਾਜ ਬਣੂਗਾ, ਧਰਮਾਂ ਤੇ ਜਾਤਾਂ ਤੋਂ ਉੱਪਰ ਉੱਠਿਆ ਬਣੂਗਾ, ਉਸ ਨੂੰ ਸੁਖਵਿੰਦਰ ਅਸੀਂ ਦੁਬਾਰਾ ਐਸਕੇਐਮ ਦੀ ਸੰਯੁਕਤ ਕਿਸਾਨ ਮੋਰਚੇ ਦੀ ਤਾਕਤ ਬਣਾਵਾਂਗੇ। ਆ ਜਿਹੜਾ ਹੁਣ 31 ਤਰੀਕ ਨੂੰ ਕਹਿੰਦੇ ਆ ਕਿ ਹੋਣਾ ਜਿਹੜਾ ਵੱਡੀ ਕਾਲ ਕਿਸਾਨਾਂ ਦੀ ਹੈ, ਉਹਦੇ 'ਚ ਆਲਰੇਡੀ ਇਹ ਸਾਰੀਆਂ ਜਿਹੜਾ ਸੰਯੁਕਤ ਸਮਾਜ ਮੋਰਚਾ ਵੀ ਉਹਦੇ 'ਚ ਹਿੱਸਾ ਲਊਗਾ। ਰਾਜੇਵਾਲ ਜੀ ਨੇ ਖੁਦ ਬਿਆਨ ਦੇ ਕੇ ਕਿਹਾ। ਇਸ ਲਈ ਇਹ ਦੋ ਚੀਜ਼ਾਂ ਇਹਨਾਂ ਨੂੰ ਇੰਝ ਨਾ ਸਮਝੋ ਵੀ ਜਿਹੜੇ ਇੰਝ ਹੋ ਗਏ ਤੇ ਉਹ ਦਫਾੜ ਹੋ ਗਿਆ, ਉਹ ਕਮਜ਼ੋਰ ਹੋ ਗਿਆ, ਫਿਰ ਮੂੰਹ ਕਿਵੇਂ ਦਿਖਾਉਣਗੇ। ਕਿਉਂ ਮੂੰਹ ਦੇ ਉੱਤੇ ਕੀ ਕਾਲਖ ਥੋਪੀ ਜਾ ਰਹੀ ਹੈ ਵੀ ਜੇ ਤੁਸੀਂ ਚੋਣਾਂ ਲੜ ਰਹੇ ਤੇ ਮੂੰਹ ਕਿਵੇਂ ਦਿਖਾਓਗੇ? ਸਗੋਂ ਨਾ ਉਹ ਮਾਣ ਨਾਲ ਕਹਿਣਗੇ ਕਿ ਤੁਸੀਂ ਘਰ ਬਹਿ ਗਏ ਸੀ ਉਦੋਂ, ਅਸੀਂ ਉਹ ਵੀ ਲੜਾਈ ਦਿੱਤੀ ਤੇ ਅਸੀਂ ਆ ਵੀ ਲੜਾਈ ਦੇਾਂਗੇ। ਇਸ ਤਰੀਕੇ ਨਾਲ ਇਸ ਨੂੰ ਦੇਖਣਾ ਚਾਹੀਦਾ। ਬਿਲਕੁਲ ਜਿੱਥੋਂ ਤੱਕ ਗੱਲ ਪ੍ਰੋਫੈਸਰ ਸਾਹਿਬ, ਹੁਣ ਮੈਂ ਅਗਲੀ ਖਬਰ ਦੀ ਕਰਾਂ ਕਿ ਸਿਆਸਤਦਾਨਾਂ ਦੀ ਹੈ। ਸਾਰੇ ਸਿਆਸਤਦਾਨ ਕਹਿੰਦੇ ਨੇ, ਜਿਹਨੂੰ ਵੀ ਦੇਖ ਲਓ ਮੈਨੀਫੈਸਟੋ ਦੇ ਵਿੱਚ ਕਹਿੰਦੇ ਅਸੀਂ ਲੋਕਾਂ ਦੇ ਨਾਲ ਐਤਕੀ ਗਰੰਟੀਆਂ ਜਾਂ ਵਾਅਦੇ ਜਾਂ ਭਰੋਸੇ ਜਾਂ ਸੰਕਲਪ ਦੇਣਾ ਕਿ ਅਸੀਂ ਤੁਹਾਨੂੰ ਚੰਗੀਆਂ ਸਿਹਤ ਸਹੂਲਤਾਂ, ਚੰਗੀ ਸਿੱਖਿਆ, ਰੁਜ਼ਗਾਰ ਵੀ ਦੇ ਦਿਆਂਗੇ, ਜੋ ਤੁਹਾਨੂੰ ਚਾਹੀਦਾ ਸੀ ਉਹ ਦੇ ਦਿਆਂਗੇ, ਬਸ ਸਾਡੀ ਇੱਕ ਵਾਰੀ ਸਰਕਾਰ ਬਣਾ ਦਿਓ। ਪਰ ਕੋਈ ਵੀ ਸਿਆਸਤਦਾਨ, ਕੋਈ ਵੀ ਇਸ ਗੱਲ ਦੀ ਗਰੰਟੀ ਦੇਣ ਨੂੰ ਤਿਆਰ ਨਹੀਂ
ਕਿ ਜਿਹੜੇ ਚੰਗੇ ਹਸਪਤਾਲਾਂ ਦੀ ਇਹ ਗੱਲ ਕਰਦੇ ਨੇ ਕਿ ਅਸੀਂ ਦੇ ਦਿਆਂਗੇ, ਠੀਕ ਹੈ, ਹੁਣ ਤੱਕ ਨਹੀਂ ਦਿੱਤੇ, ਅੱਗੋਂ ਕਹਿੰਦੇ ਦੇ ਦਿਆਂਗੇ, ਕਿ ਉਹਨਾਂ ਦੇ ਵਿੱਚ ਇਹ ਆਪ ਇਲਾਜ ਕਰਾਉਣਗੇ ਉਹਨਾਂ ਸਰਕਾਰੀ ਹਸਪਤਾਲਾਂ ਦੇ ਵਿੱਚ? ਕੀ ਉਹਨਾਂ ਸਕੂਲਾਂ ਦੇ ਵਿੱਚ ਇਹਨਾਂ ਦੇ ਬੱਚੇ ਪੜ੍ਹਨਗੇ? ਕੀ ਰੁਜ਼ਗਾਰ ਦੀ ਜਦੋਂ ਇਹ ਗੱਲ ਕਰਦੇ ਨੇ ਤਾਂ ਕੀ ਮੈਰਿਟ ਦੇ ਆਧਾਰ ਦੇ ਉੱਤੇ, ਉਸੇ ਸਿੱਖਿਆ ਦੇ ਆਧਾਰ ਤੇ ਇਹਨਾਂ ਦੇ ਬੱਚੇ ਵੀ ਉਵੇਂ ਰੁਜ਼ਗਾਰ ਹਾਸਲ ਕਰਨਗੇ, ਜਾਂ ਫਿਰ ਆਮ ਜਿਹੜਾ ਬੰਦਾ ਆ ਉਹਦੇ ਹਾਸਲ ਇਹ ਬੜੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਇਹਨਾਂ ਚ ਕੋਈ ਨਹੀਂ ਦਿੰਦਾ। ਸਿਰਫ ਸੁਧਾਰ ਦੀ ਗੱਲ ਕਰਦੇ ਨੇ, ਉਹ ਵੀ ਉਦੋਂ ਤੱਕ ਜਦ ਤੱਕ ਵੋਟਾਂ ਨਹੀਂ ਪੈਂਦੀਆਂ। ਸੁਖਵਿੰਦਰ, ਇਹ ਤੁਸੀਂ ਸਵਾਲ ਬੜਾ ਵੱਡਾ ਖੜਾ ਕੀਤਾ ਤੇ ਮੈਨੂੰ ਲੱਗਦਾ ਹੈ ਅੱਜ ਦਾ ਜਿਹੜਾ ਇਹ ਤੁਸੀਂ ਸਵਾਲ ਕਿਹਾ ਇਹ ਬੜਾ ਵਿਜ਼ਨਰੀ ਤੇ ਬੜਾ ਤਰਕਸ਼ੀਲ, ਤਰਕ ਭਰਪੂਰ ਤੁਹਾਡਾ ਸਵਾਲ ਹੈ। ਘੱਟ ਹੀ ਜਰਨਲਿਸਟ ਇਹੋ ਜਿਹਾ ਸਵਾਲ ਕਦੀ ਖੜਾ ਕਰਦੇ ਆ, ਕਿਉਂਕਿ ਉਹ ਨਾਲ ਵਹਿਣ ਦੇ ਬਹਿ ਜਾਂਦੇ ਆ। 4-5 ਸਾਲ ਪਹਿਲਾਂ ਇੱਕ ਇਲਾਹਾਬਾਦ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਜਿਸ ਨੂੰ ਕਿਸੇ ਨੇ ਅਜੇ ਤੱਕ ਚੈਲੰਜ ਨਹੀਂ ਕੀਤਾ। ਉਹ ਅਜੇ ਵੀ ਸਟੇ ਕਰਦਾ ਫੈਸਲਾ, ਜਾਨੀ ਅਜੇ ਵੀ ਲਾਗੂ ਹੈ। ਔਰ ਉਹਦੇ ਤੇ ਅਸੀਂ ਬੜੀ ਵਾਰੀ ਕਹਿ ਚੁੱਕੇ ਹਾਂ, ਉਹ ਹੈਗਾ ਸਿੱਖਿਆ ਦੇ ਉੱਪਰ। ਉਹਨਾਂ ਦਾ ਇਹ ਹੈ ਕਿ ਸਾਰੇ ਦੇਸ਼ ਦੇ ਅੰਦਰ ਜਿਹੜੇ ਸਰਕਾਰੀ ਸਕੂਲ ਆ, ਸਰਕਾਰੀ EMPLOYEES ਦੇ, ਭਾਵੇਂ MLA, DC, ਜੱਜ ਜਾਂ ਹੋਰ ਜਿਹੜੇ ਬੰਦੇ ਵੀ ਸਰਕਾਰੀ ਨੌਕਰੀਆਂ ਕਰਦੇ ਆ, ਜਾਂ ਤੁਸੀਂ ਕਹ ਲਓ ਪਬਲਿਕ ਸੈਕਟਰ 'ਚ ਨੌਕਰੀਆਂ ਕਰਦੇ ਆ, ਇਹ ਲਾਜ਼ਮੀ ਉਹਨਾਂ ਦੇ ਬੱਚੇ ਇੰਨਾ ਹੀ ਸਕੂਲਾਂ 'ਚ ਆਪਣੀ ਸਿੱਖਿਆ ਤੇ ਜਾਂ ਹਾਇਰ ਐਜੂਕੇਸ਼ਨ ਜਿਹੜੀ ਲੈਣਗੇ। ਇਹ ਫੈਸਲਾ ਹੈਗਾ ਆਨਰੇਬਲ ਹਾਈ ਕੋਰਟ ਦਾ, ਇਲਾਹਾਬਾਦ ਹਾਈ ਕੋਰਟ ਦਾ। ਇਸ ਨੂੰ ਲਾਗੂ ਕਰਨਾ ਚਾਹੀਦਾ, ਬਿਲਕੁਲ ਲਾਗੂ ਹੋਣਾ ਚਾਹੀਦਾ। ਜੇ ਪਿੰਡ ਦੇ ਸਰਪੰਚ ਦੇ ਬੱਚਾ ਜਾਂ ਪਿੰਡ ਦੇ ਧਨਾਡਾਂ ਦੇ ਬੱਚੇ ਖਾਂਦੇ ਪੀਂਦਿਆਂ ਦੇ ਉਹ ਪਿੰਡ ਵਾਲੇ ਸਕੂਲ 'ਚ ਨਹੀਂ ਪੜ੍ਹਨਗੇ ਤੇ ਉਹ ਟਾਈਆਂ ਲਾ ਕੇ ਬੱਸ 'ਚ ਬਹਿ ਕੇ ਸ਼ਹਿਰ ਨੂੰ ਚਲੇ ਜਾਣਗੇ, ਤਾਂ ਪਿੱਛੇ ਤੇ ਫਿਰ ਦਲਿਤ ਸਮੁਦਾਇ ਦੇ, ਗਰੀਬ ਜੱਟ ਦੇ ਜਾਂ ਹੋਰ ਨਾ ਬਾਕੀ ਬਰਾਦਰੀਆਂ ਦੇ ਬੱਚੇ ਰਹਿ ਜਾਣਗੇ। ਉਹ ਤੇ ਫਿਰ ਖਾਣ ਪੀਣ ਠੀਕ ਹੈ ਜੀ, ਦੇ ਗਿਆ ਮਿਡ ਡੇ ਮੀਲ ਦਾ ਜਿਹੜਾ ਮਿਲਣਾ, ਉੱਥੇ ਖਾਣਾ ਮਿਲਣਾ ਸਕੂਲ 'ਚ ਪੱਕ ਕੇ, ਉਹਦੀ ਖੁਸ਼ਬੂ ਨੂੰ ਹੀ ਉਡੀਕਦੇ ਰਹਿੰਦੇ ਵੀ ਆਈ ਨਹੀਂ ਅਜੇ, ਕੀ ਗੱਲ ਹੈ ਅੱਜ, ਪਤਾ ਨਹੀਂ ਕੀ ਪੱਕ ਰਿਹਾ, ਅੱਜ ਕੀ ਹੋ ਗਿਆ। ਉਧਰ ਨੂੰ ਹੀ ਧਿਆਨ ਬੱਚਿਆਂ ਦਾ, ਭੁੱਖੇ ਵਿਚਾਰੇ ਆਉਂਦੇ ਘਰਾਂ ਤੋਂ। ਇਹਦੀਆਂ ਬੜੀਆਂ ਸਟੋਰੀਜ਼ ਆ ਵੀ ਕੀ ਹਾਲਾਤ ਆ। ਇਹ ਦੋ ਕਿਸਮ ਦੇ ਸਕੂਲ ਕਰਤੇ ਆ, ਇੱਕ ਗਰੀਬਾਂ ਵਾਲਾ, ਇੱਕ ਅਮੀਰਾਂ ਵਾਲਾ। ਇਹ ਵਖਰੇਵਾਂ ਕਿਉਂ? ਕੀ ਸਾਡਾ ਸੰਵਿਧਾਨ ਇਸ ਕਿਸਮ ਦੀ ਇਜਾਜ਼ਤ ਦਿੰਦਾ? ਬਿਲਕੁਲ ਨਹੀਂ ਦਿੰਦਾ। ਇਸ ਲਈ ਇਹ ਕੋਈ ਨਵੀਂ ਗੱਲ ਨਹੀਂ, ਇਹ ਹੋਣੀ ਚਾਹੀਦੀ ਹੈ ਕਿ ਤਾਂ ਹੀ ਸਾਡਾ ਸੁਧਾਰ। ਫਾਰ ਇੰਸਟੈਂਸ ਹੁਣ ਬੱਸਾਂ, ਜਾਨੀ ਦੇਖੋ ਹਰ ਇੱਕ ਜਗ੍ਹਾ ਇਹ ਬਣ ਗਿਆ ਨਾ ਵਖਰੇਵਾਂ। ਜੇ ਤੇ ਰਾਹੁਲ ਗਾਂਧੀ ਨੇ ਜਾਣਾ ਤੇ ਜੇ CM ਚੰਨੀ ਨੇ ਜਾਣਾ ਜਾਂ ਜਿਹਨੇ ਵੀ ਜਾਣਾ, ਉਹਨਾਂ ਨੇ ਹੈਲੀਕਾਪਟਰ 'ਚ ਜਾਣਾ, ਕੈਪਟਨ ਨੇ ਵੀ ਹੈਲੀਕਾਪਟਰ ਜਾਣਾ, ਤੇ ਜਿਹੜੇ ਮਿਡਲ ਕਲਾਸ ਆ ਉਹਨਾਂ ਆਪਣੀਆਂ ਕਾਰਾਂ ਜਾਣੀ ਧੜਾ ਧੜ ਵੱਡੀਆਂ ਤੋਂ ਵੱਡੀਆਂ। ਜਿਹੜਾ ਥੱਲੇ ਗਰੀਬ ਮਾਤੜ ਹੈ ਉਹਨੂੰ ਕਹਿੰਦੇ ਤੈਨੂੰ ਬੱਸਾਂ 'ਚ ਟਿਕਟ ਮੁਫਤ ਕਰਤੀ ਬੀਬੀਏ, ਤੂੰ ਜਾ ਜਿੱਥੇ ਮਰਜੀ। ਅੱਜ ਜਿੰਨਾ ਚਿਰ ਤੱਕ ਚੋਣਾਂ ਨਹੀਂ ਹੁੰਦੀਆਂ ਉਦੋਂ ਬਾਅਦ ਟਿਕਟ ਲੱਗੂਗੀ, ਉਹਨਾਂ ਚਿਰ ਤੱਕ ਹੂਟੇ ਲੈ ਲਓ ਜਿੰਨੇ ਲੈਣੇ ਆ। ਇਹ ਉਹਨਾਂ ਨੂੰ ਬੱਸਾਂ, ਕਾਰਾਂ ਕਿਉਂ ਨਹੀਂ ਦਿੰਦੇ ਬਈ? ਬਿਲਕੁਲ। ਪੈਟਰੋਲ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਚਲਾਉਣ ਲਈ? ਕੀ ਗੱਲ ਉਹ ਸੁਪਨਾ ਹੀ ਨਹੀਂ ਲੈ ਸਕਦੇ ਕਾਰਾਂ ਦਾ? ਇਹ ਸਾਡੇ ਸਮਾਜ ਦੇ ਅੰਦਰ ਇੱਕ ਵਖਰੇਵਾਂ ਹੈਗਾ, ਜਹਾਜ਼ਾਂ ਵਾਲੇ, ਕਾਰਾਂ ਵਾਲੇ ਤੇ ਬੱਸਾਂ ਵਾਲੇ ਤੇ ਸਾਈਕਲ ਵਾਲੇ ਤੇ ਪੈਦਲ। ਇਹ ਖਤਮ ਹੋਣਾ ਚਾਹੀਦਾ। ਇੰਨਾ ਕਿਤੇ ਲੋਕਾਂ ਨੂੰ ਦਿਓ ਕਿ ਲੋਕੀ ਇੱਕ ਡੀਸੈਂਟ ਆਪਣਾ ਚੰਗੇ ਢੰਗ ਦੇ ਨਾਲ ਟਰੈਵਲ ਕਰ ਸਕਣ। ਇੱਕ ਕਾਰਨ ਇਹ ਆ ਕਿ ਸਾਡੇ ਜਾਤੀਵਾਦ ਹੋਣ ਕਰਕੇ ਸਾਡੇ ਇੱਕ ਅਪਾਰਥੀਡ, ਮੈਂ ਤੈਨੂੰ ਪਾਲਿਸੀ ਕਹੂੰਗਾ, ਜਿਵੇਂ ਕਾਲਿਆਂ ਜਿਹਨਾਂ ਨੂੰ ਬਲੈਕ ਕਹਿੰਦੇ ਸੀਗੇ, ਜਿਹੜੇ ਅੱਜ ਕੱਲ ਤੇ ਕਹਿਣਾ ਇਹਨੂੰ ਗਲਤ ਮੰਨਦੇ ਆ, ਲੇਕਿਨ ਬਲੈਕ ਇਜ਼ ਬਿਊਟੀਫੁਲ ਲੋਕਾਂ ਨੇ ਇਹਦੇ ਬਾਰੇ ਲਿਖਿਆ, ਇਹਨੂੰ ਐਪਰੀਸ਼ੀਏਟ ਵੀ ਕੀਤਾ ਹੈਗਾ। ਸ਼ਾਹਫਾਮ ਜਿਨ੍ਹਾਂ ਨੂੰ ਕਹਿੰਦੇ ਲੋਕ, ਆਪਣੇ ਅਫਰੀਕਨ ਜਿਹੜੇ ਓਰੀਜਨਲ ਆ, ਤੇ ਜਿਹੜੇ ਬਾਹਰੋਂ ਆ ਕੇ ਫ੍ਰੈਂਚ ਜਾਂ ਹੋਰ ਸਾਰੇ ਜਿਹੜੇ ਵੀ ਵਾਈਟ ਆਉਂਦੇ ਸੀ ਉਹਨਾਂ ਨਾਲ ਕਰਦੇ ਸੀਗੇ, ਉਹਨੂੰ ਅਪਾਰਥੀਡ ਕਹਿੰਦੇ ਸੀ। ਇਹਨਾਂ ਨਾਲ ਨਸਲੀ ਵਿਤਕਰਾ, ਇਸ ਕਿਸਮ ਦਾ ਜਾਤੀਗਤ ਵਿਤਕਰਾ ਇੱਕ ਨਸਲੀ ਵਿਤਕਰੇ ਦਾ ਹੀ ਇੱਕ ਰੂਪ ਹੈ। ਇਸੇ ਕਰਕੇ ਆਮ ਬੰਦੇ ਨੂੰ, ਜਿਹੜਾ ਆਮ ਵਰਕਰ ਹੈਗਾ, ਉਸ ਦੀ ਇੰਨੀ ਲੁੱਟ ਕੀਤੀ ਜਾਂਦੀ ਹੈ, ਉਹਨੂੰ ਇੱਕ ਆਮ ਜੀਵਨ ਜਿਹੜਾ ਜੀਣ ਦਾ ਕਦੀ ਮੌਕਾ ਨਹੀਂ ਮਿਲਦਾ। ਆਰਥਿਕ ਤੌਰ ਤੇ ਉਹਦੀ ਐਕਸਪਲਾਇਟੇਸ਼ਨ ਹੁੰਦੀ ਹੈ। ਮੈਂ ਕਿੰਨੀ ਵਾਰੀ ਕਿਹਾ ਕਿ ਜੇ ਤੁਸੀਂ ਵੈਸਟ ਵਿੱਚ ਜਾਓ, ਪ੍ਰੋਫੈਸਰ ਨਾਲੋਂ ਜਿਹੜਾ ਅਨਸਕਿਲਡ ਲੇਬਰ ਆ, ਜੇ ਉਹ ਚੰਗੀ ਤਰ੍ਹਾਂ ਮਿਹਨਤ ਕਰੇ, ਜ਼ਿਆਦਾ ਪੈਸੇ ਬਣਾ ਲੈਂਦਾ। ਇੱਥੇ ਕਰਕੇ ਦੇਖੇ, ਭਾਵੇਂ ਸਾਰਾ ਟੱਬਰ ਰਲ ਜੇ ਤਾਂ ਵੀ ਦੋ ਡੰਗ ਦੀ ਰੋਟੀ ਪੂਰੀ ਨਹੀਂ ਹੁੰਦੀ। ਇਹ ਜਿਹੜੀ ਸਾਡੀ ਫਰਕ ਹੈਗੇ, ਆਪਸੀ ਪਾੜੇ ਹੈ, ਇਸ ਨੂੰ ਖਤਮ ਕਰਨਾ ਪਊਗਾ। ਉਹ ਤਾਂ ਹੀ ਖਤਮ ਹੋਊ ਜੇ ਵਿਦਿਆ ਦੇ ਲੈਵਲ ਤੇ ਅਸੀਂ ਸਭ ਤੋਂ ਪਹਿਲਾਂ ਠੀਕ ਹੋਵਾਂਗੇ। ਤੇ ਜੇ ਅਸੀਂ ਆਪਣੇ ਇਲਾਜ ਕਰਾਉਣ ਦੇ ਪੱਧਰ ਤੇ ਆਪਾਂ ਠੀਕ ਠਾਕ, ਸਾਨੂੰ ਸਾਧਨ ਸਾਡੇ ਹੋਣਗੇ। ਇਹ ਬਿਲਕੁਲ ਤੁਹਾਡੀ ਗੱਲ ਦਾ ਮੈਂ ਸਹਿਮਤ ਹਾਂ। ਪਈ ਘੱਟੋ ਘੱਟ
ਇਲਾਜ ਜਿਹੜਾ ਹੁੰਦਾ ਸਰਕਾਰੀ ਹਸਪਤਾਲ ਤੇ ਸਰਕਾਰੀ ਜਿਹੜੇ ਸਕੂਲ ਆ, ਕਾਲਜ ਆ, ਯੂਨੀਵਰਸਿਟੀਆਂ ਆ, ਸਾਰੇ ਬੰਦੇ ਖਾਸ ਕਰਕੇ ਜਿਹੜੇ ਐਮਐਲਏ ਤੇ ਐਮਪੀ ਤੇ ਮਿਨਿਸਟਰ ਤੇ ਚੀਫ ਮਿਨਿਸਟਰ, ਉਹ ਤੇ ਬਿਲਕੁਲ ਹੀ ਨਾ ਕਿਤੇ, ਜਾਂ ਡੀਸੀ ਜਾਂ ਡੀਜੀਪੀ ਜਾਂ ਜਿਹੜੇ ਵੱਡੇ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਦੇ, ਉਹਨਾਂ ਨੂੰ ਬਿਲਕੁਲ ਹੀ ਇਜਾਜ਼ਤ ਨਾ ਹੋਵੇ ਕਿ ਉਹ ਬਾਹਰ ਇਲਾਜ ਕਰਾਉਣ। ਉਹ ਬਿਲਕੁਲ ਤੇ ਬਿਲਕੁਲ, ਜੇ ਕਿਤੇ ਹੋਵੇ ਤੇ ਉਹਦੀ ਵੀਡੀਓ ਉਸੇ ਵੇਲੇ ਜਾਰੀ ਹੋਵੇ, ਉਹਦੀ ਜਵਾਬਦੇਹੀ ਹੋਵੇ, ਲੋਕ ਉਹਦਾ ਘਰਾਓ ਕਰਨ ਵੀ ਤੂੰ ਕਿਵੇਂ ਲੈ ਗਿਆ ਵੀ ਬਾਹਰ ਜਾ ਕੇ ਆਪਣੇ ਕਿਸੇ ਰਿਸ਼ਤੇਦਾਰ ਨੂੰ, ਤੈਨੂੰ ਆਕਸੀਜਨ ਕਿੱਥੋਂ, ਜਦੋਂ ਕਰੋਨਾ ਹੋਇਆ ਮਿਲ ਗਈ, ਸਾਨੂੰ ਕਿਉਂ ਨਹੀਂ ਮਿਲੀ, ਸਾਡਾ ਤੇ ਬਾਪੂ ਮਰ ਗਿਆ, ਬੇਬੇ ਵੀ ਅਜੇ ਪਈ ਆ। ਇਹ ਸਾਰੀਆਂ ਗੱਲਾਂ ਸਾਡੀ ਚੇਤਨਾ ਦਾ ਹਿੱਸਾ ਵੀ ਹੋਣਾ ਚਾਹੀਦਾ। ਔਰ ਨਾਲੋਂ ਨਾਲ ਮੇਰਾ ਖਿਆਲ ਹੈ ਕਿ ਜੇ ਇੰਨਾ ਕੁ ਬਦਲਾਅ ਅਸੀਂ ਕਰ ਦਈਏ ਤੇ ਸਮਾਜ ਹੌਲੀ ਹੌਲੀ ਸੁਧਰਨ ਲੱਗ ਜੂ। ਕੱਲਾ ਇਹ ਕਹਿਣਾ ਅਸੀਂ ਆਹ ਕਰ ਦਾਂਗੇ, ਆਹ ਕਰ ਦਾਂਗੇ, ਆਹ ਕਰ ਦਾਂਗੇ, ਦਰਖਤਾਂ ਨੂੰ ਪੈਸੇ ਲੱਗੇ ਹੋਏ ਆ ਕਿ ਹੁਣ ਉਹ ਰੇਤਾ ਬਜਰੀ ਬਦਲ ਕੇ ਹੁਣ ਕਿਤੇ ਉਹ ਸੋਨਾ ਚਾਂਦੀ ਹੋ ਗਈ ਹੈ ਕਿ ਉਹਨੂੰ ਤੁਸੀਂ ਵੇਚ ਕੇ ਤੇ ਸਾਰੇ ਜਣੇ ਲੋਕਾਂ ਦੇ ਇਹ ਇਹਨਾਂ ਰਾਤੋਂ ਰਾਤ ਹੀ ਤੁਸੀਂ ਪੰਜਾਬ ਨੂੰ ਸੋਨੇ ਦੀ ਚਿੜੀਆ ਬਣਾ ਦੋਗੇ। ਇਹ ਜ਼ਿਆਦਾ ਮੈਨੂੰ ਸੱਤਾ ਦਿਓ, ਮੈਨੂੰ ਸੱਤਾ ਦਿਓ ਉਹੋ ਦੀ ਹੋੜ ਆ, ਨਾ ਕਿ ਦਿਲੋਂ ਜ਼ਿਆਦਾ ਕਿਸੇ ਕਿਸਮ ਦਾ ਲੋਕਾਂ ਲਈ ਕੋਈ ਸਰੋਕਾਰ ਹੈਗੇ ਆ ਜਾਂ ਲੋਕਾਂ ਲਈ ਦੇ ਇਨਸਾਫ ਲਈ ਅੰਦਰੋਂ ਦਿਲੋਂ ਕੋਈ ਇਹਨਾਂ ਦੇ ਤਾਂਗ ਹੈਗੀ। ਹਾਂਜੀ ਜੀ ਬਿਲਕੁਲ ਬਿਲकुल। ਅੱਜ ਇੱਕ ਹੋਰ ਜਿਹੜਾ ਖਾਸ ਟਿੱਪਣੀ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਆ ਮੁਫਤੋਂ ਮੁਫਤ ਕਰਦੇ ਨੇ, ਸਾਰਾ ਕੁਝ ਮੁਫਤ ਦੇ ਦੇਾਂਗੇ, ਦੇਸ਼ ਭਰ ਜਿੱਥੇ ਮਰਜ਼ੀ ਹੋਵੇ, ਉਹਦੇ ਉੱਤੇ ਕੇਂਦਰ ਤੇ ਇਲੈਕਸ਼ਨ ਕਮਿਸ਼ਨ ਤੋਂ ਜਵਾਬ ਮੰਗਿਆ ਗਿਆ। ਮੈਂ ਡਾਕਟਰ ਗਰਗ ਹੋਰਾਂ ਨਾਲ ਵੀ ਇਹ ਤੇ ਚਰਚਾ ਕੀਤੀ ਸੀ, ਤੁਹਾਡਾ ਵੀ ਵਿਚਾਰ ਜਾਨਣਾ ਚਾਹਾਂਗਾ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਜਿਹੜੇ ਆਉਂਦੇ ਨੇ ਆ ਕੇ, ਉਹ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਾਡੇ ਤੋਂ ਜੇ ਇਲੈਕਸ਼ਨ ਕਮਿਸ਼ਨ ਮੰਗੇਗਾ ਜਵਾਬ ਅਸੀਂ ਦੇਾਂਗੇ ਕਿ ਅਸੀਂ ਜੀ ਟੈਕਸ ਪੇਅਰ ਜਿਹੜੇ ਲੋਕ ਨੇ ਉਹਨਾਂ ਦਾ ਪੈਸਾ ਉਹਨਾਂ ਦੇ ਵਿੱਚ ਕਿੱਦਾਂ ਵੰਡਣਾ ਹੈ, ਸਾਡੇ ਕੋਲ ਹਿਸਾਬ ਹੈਗਾ। ਬਾਕੀ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਨਹੀਂ ਜੀ ਇਦਾਂ ਨਹੀਂ ਹੋਣਾ ਚਾਹੀਦਾ, ਮਾਨਯੋਗ ਸੁਪਰੀਮ ਕੋਰਟ ਨੂੰ ਇਹਦੇ ਉੱਤੇ ਵਿਚਾਰ ਕਰਨਾ ਚਾਹੀਦਾ। ਜਿਹੜੀਆਂ ਸਰਕਾਰਾਂ ਬਣਦੀਆਂ ਨੇ ਉਹ ਲੋਕਾਂ ਦੇ ਲਈ, ਲੋਕਾਂ ਦੇ ਭਲੇ ਦੇ ਲਈ, ਉਹਨਾਂ ਦੀ ਰਾਖੀ ਦੇ ਲਈ ਉਹ ਸਾਰੇ ਐਲਾਨ ਕਰਦੀਆਂ ਨੇ ਤੇ ਉਹਨਾਂ ਨੂੰ ਦਿੰਦੀਆਂ ਵੀ ਨੇ, ਦੇਣੀਆਂ ਵੀ ਚਾਹੀਦੀਆਂ। ਕਹਿੰਦੇ ਦੇਖੋ, ਇਹ ਲੋਭ ਲਾਲਚ ਦੇਣਾ, ਕੋਈ ਕਹਿੰਦਾ ਮੈਂ 1000 ਰੁਪਇਆ ਮਹੀਨਾ ਦਊਂਗਾ ਔਰਤਾਂ ਨੂੰ, ਕੋਈ ਕਹਿੰਦਾ ਮੈਂ 2000 ਦਊਂਗਾ, ਕੋਈ ਕਹਿੰਦਾ ਮੈਂ ਮੁਫਤ ਬਿਜਲੀ ਦਊਂਗਾ। ਅਸਲ ਮਾਨਿਆਂ 'ਚ ਇਹ ਵੋਟਾਂ ਖਰੀਦਣ ਦਾ ਤਰੀਕਾ, ਲੋਕਾਂ ਨੂੰ ਭਰਮਤ ਕਰਨ ਦਾ ਤਰੀਕਾ। ਦੇਊਗਾ ਕੌਣ? ਪਾਰਟੀ ਥੋੜੀ ਦਊਗੀ। ਕੇਜਰੀਵਾਲ ਲਿਆ ਕੇ ਦਿੱਲੀ ਤੋਂ ਦੇਵੇ ਪੈਸੇ, ਬਈ ਆਪਣੇ ਉੱਥੇ ਕਿਉਂ ਨਹੀਂ ਦੇ ਰਿਹਾ? ਉੱਥੇ 1000 ਰੁਪਇਆ ਹਰ ਔਰਤ ਨੂੰ ਕਿਉਂ ਨਹੀਂ ਦੇ ਰਿਹਾ? ਇਹਦਾ ਮਤਲਬ ਦੇਣਾ ਇੱਥੇ ਵੀ ਨਹੀਂ। ਸਿੰਪਲੀ ਵਾਧੂ ਫਾਲਤੂ ਲੋਕਾਂ ਨੂੰ ਗੱਲਾਂ ਕਰਕੇ ਵੋਟਾਂ ਹੀ ਖਰੀਦਣੀਆਂ ਨਾ, ਵੋਟਾਂ ਨੂੰ ਖਰੀਦਣ ਦਾ ਝਾਂਸਾ ਦੇਣਾ, ਖਰੀਦਣੀਆਂ ਨਹੀਂ, ਪੈਸੇ ਨਹੀਂ ਦੇਣੇ ਹੈ, ਭਰੋਸਾ ਦੇਣਾ, ਮੁੜ ਕੇ ਉਹ ਭਰੋਸਾ ਤੋੜਨਾ। ਇਹੀ ਤੇ ਲੋਕਾਂ ਦੇ ਨਾਲ ਅੱਜ ਤੱਕ ਹੁੰਦਾ ਆਇਆ। ਸਵਾਲ ਇਹ ਹੈ ਕਿ ਪੰਜਾਬ ਦਾ ਵਿਕਾਸ ਦਾ ਮਾਡਲ ਕੀ ਹੈ? ਉਹ ਦਿੱਲੀ ਮਾਡਲ ਨਹੀਂ ਇੱਥੇ ਚੱਲਣਾ। ਪੰਜਾਬ ਦਾ, ਪੰਜਾਬੀਆਂ ਦਾ ਕੋਈ ਆਪਣਾ ਮਾਡਲ ਹੋਊਗਾ, ਉਹਨੂੰ ਲੈ ਕੇ ਆਉਣ ਤੇ ਇਹਦਾ ਕੋਈ ਹੱਲ ਹੋ ਸਕਦਾ। ਜਿਹੜਾ ਤੁਸੀਂ ਸੁਪਰੀਮ ਕੋਰਟ ਦਾ ਕਹਿੰਦੇ, ਇੱਕ ਮਿੰਟ, ਜਿਹੜਾ ਸੁਪਰੀਮ ਕੋਰਟ ਦਾ ਕਹਿੰਦੇ ਨਾ ਸੁਖਵਿੰਦਰ, ਹਾਂਜੀ ਸੁਪਰੀਮ ਕੋਰਟ ਵਾਲਾ, ਅਸੀਂ ਉਹਦੇ ਤੇ ਬਹੁਤ ਵਾਰੀ ਕਹਿ ਚੁੱਕੇ ਹਾਂ। ਇਹਦੇ ਤੇ ਹੁਣ ਅਲਟੀਮੇਟਲੀ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਇਲੈਕਸ਼ਨ ਕਮਿਸ਼ਨ ਆਪਣੀਆਂ ਅੱਖਾਂ ਮੁੰਦ ਕੇ ਕਿਉਂ ਬੈਠਾ। ਇਲੈਕਸ਼ਨ ਕਮਿਸ਼ਨ ਨੂੰ ਹਰ ਬੰਦੇ ਨੂੰ, ਭਾਵੇਂ ਉਹ ਗਰੀਬ ਆ ਅਮੀਰ ਆ, ਹਰ ਵੋਟਰ ਨੂੰ ਬਰਾਬਰ ਦੀ ਚੋਣ ਲੜਨ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਆ। ਹੁੰਦਾ ਇਹ ਹੈ ਕਿ ਵੱਡੇ ਵੱਡੇ ਬੰਦੇ ਚੋਣਾਂ ਲੜਦੇ ਆ, ਉਹੀ ਸੱਤਾ ਚਾਹੁੰਦੇ ਆ, ਉਹੀ ਬਾਰ-ਬਾਰ ਉਹਨਾਂ ਦੇ ਪੁੱਤ ਧੀਆਂ ਰਿਸ਼ਤੇਦਾਰ ਆਉਂਦੇ, ਭਾਈ ਭਤੀਜੇ ਆਉਂਦੇ ਆ, ਉਹੋ ਹੀ ਫਿਰ ਆ ਕੇ ਬਾਰ-ਬਾਰ ਉਹ ਕੰਮ ਕਰਦੇ ਆ ਤੇ ਉਹੋ ਹੀ ਝੂਠ ਬੋਲ ਕੇ ਨਵੇਂ ਵਾਅਦੇ ਕਰਕੇ ਵੋਟਾਂ ਲੈਂਦੇ ਆ। ਇਹੀ ਨਹੀਂ ਗੱਲਾਂ ਕਿ ਬਰਾਬਰ ਦੇ ਜਿਹੜੇ ਮੌਕੇ ਮਿਲਣੇ ਚਾਹੀਦੇ ਆ। ਜੇ ਕੋਈ ਆਪਣੀ ਇਹੋ ਜਿਹੀਆਂ ਵਾਅਦੇ ਕਰਕੇ ਬਾਅਦ ਚ ਪੂਰੇ ਨਹੀਂ ਕਰਦਾ, ਉਹਦੀ ਸਰਕਾਰ ਨੂੰ ਤੋੜ ਦੇਣਾ ਚਾਹੀਦਾ, ਦੁਬਾਰਾ ਇਲੈਕਸ਼ਨਾਂ ਕਰਨੀਆਂ ਚਾਹੀਦੀਆਂ। ਇਹ ਵੀ ਉਹਨਾਂ ਤੋਂ ਗੱਲ ਹੋਣੀ ਚਾਹੀਦੀ। ਜਾਂ ਵਾਅਦਿਆਂ ਦਾ ਇਲੈਕਸ਼ਨ ਕਮਿਸ਼ਨ ਕਿਉਂ ਨਹੀਂ ਅਨਾਉਂਸ ਕਰਦਾ ਕਿ ਦੇਖੋ ਤੁਸੀਂ ਮੈਨੂੰ ਜੋ ਕਹਿ ਰਹੇ ਆ ਉਹਦੇ ਕਿੱਥੋਂ ਇੰਨੇ ਪੈਸੇ ਤੁਸੀਂ ਲੈ ਕੇ ਆਓਗੇ, ਦੱਸੋ ਵੀ ਕਿਹੜੀ ਚੀਜ਼ ਦਾ ਕਿੰਨਾ ਵੇਚ ਕੇ ਕਿੰਨਾ ਪੈਸਾ ਲਿਆਓਗੇ, ਕਿੱਥੋਂ ਪੈਸੇ ਆਉਣਗੇ ਤੁਹਾਡੇ ਕੋਲ ਜਿਹੜੇ ਵਾਅਦੇ ਕਰਦੇ ਆ। ਆਮਦਨ ਦੇ ਸਾਧਨ ਦੱਸੋ। ਜਿਵੇਂ ਬਜਟ ਹੁੰਦਾ, ਉਹ ਚ ਇੱਕ ਪਾਸੇ ਆਮਦਨ ਦੇ ਸਾਧਨ ਹੁੰਦੇ ਆ, ਦੂਜੇ ਪਾਸੇ ਖਰਚੇ ਕਰਨੇ ਹੁੰਦੇ। ਸਾਨੂੰ ਜਿਹੜਾ ਆਪਣਾ ਚੋਣ ਮੈਨੀਫੈਸਟੋ ਮਨੋਰਥ ਪੱਤਰ ਆ, ਉਸ ਰੂਪ ਚ ਸਬਮਿਟ ਕਰੋ ਕਿ ਆਹ ਸਾਡੇ ਆਮਦਨ ਦੇ ਸਾਧਨ, ਆਹ ਅਸੀਂ ਖਰਚੇ ਕਰਾਂਗੇ, ਇੰਨਾ ਕੁ ਲੋਕਾਂ ਨੂੰ ਮੁਫਤਖੋਰੇ ਬਣਾਵਾਂਗੇ, ਇੰਨਾ ਕੁ ਅਸੀਂ ਰੁਜ਼ਗਾਰ ਦੇਵਾਂਗੇ, ਇੰਨਾ ਕੁ ਉਹਨਾਂ ਦੀ ਸਿਹਤ ਠੀਕ ਕਰਾਂਗੇ, ਇੰਨਾ ਕੁ ਉਹਨਾਂ ਦਾ ਸਾਰਾ ਕੁਝ ਜੋ ਵੀ ਅਸੀਂ ਕਰ ਸਕਦੇ, ਉਹ ਖਰਚਿਆਂ ਦਾ ਦੱਸਣ। ਉਂਝ ਹੀ ਕਈ ਜਣਾ ਹਵਾ 'ਚ ਛੱਡੀ ਜਾਣੇ ਤੀਰ ਕਿ ਆਹ ਵੀ ਕਰ ਦਿਆਂਗੇ, ਆਹ ਵੀ ਕਰ ਦਿਆਂਗੇ, ਆਹ ਵੀ ਲੈ ਲਓ, ਆਹ ਵੀ ਲੈ ਲਓ। ਜਿਹੜੇ ਉਹ ਗੁਬਾਰੇ ਹਵਾ ਦੇ ਉਡਾਉਂਦੇ ਆ, ਉਹੋ ਜਿਹੇ ਗੁਬਾਰੇ ਉਡਾਈ ਜਾਂਦੇ ਆ। ਸੁਪਰੀਮ ਕੋਰਟ ਨੂੰ ਕਿਉਂ ਕਹਿਣਾ ਪਵੇ? ਇਲੈਕਸ਼ਨ ਕਮਿਸ਼ਨ ਕਿਉਂ ਨਹੀਂ ਕਰਦਾ? ਇਲੈਕਸ਼ਨ ਕਮਿਸ਼ਨ ਦੀ ਇਹ ਡਿਊਟੀ ਹੈ ਕਿ ਸੰਵਿਧਾਨਿਕ ਡਿਊਟੀ ਹੈ ਕਿ ਜੇ ਦੇਸ਼ ਦੇ ਅੰਦਰ ਲੋਕਤੰਤਰ
ਪ੍ਰਣਾਲੀ ਨੂੰ ਬਚਾਉਣਾ, ਕਿਸੇ ਕਿਸਮ ਦਾ ਉਹਦਾ ਅਸਲੀ ਅਰਥ ਲੋਕਾਂ ਦੇ ਤੱਕ ਪਹੁੰਚਾਉਣਾ, ਉਹਦਾ ਫਾਇਦਾ ਪਹੁੰਚਾਉਣਾ, ਤਾਂ ਫਿਰ ਇਹ ਸਾਰਾ ਕੁਝ ਕਰਨਾ ਪਊਗਾ, ਚੋਣ ਸੁਧਾਰ ਕਰਨੇ ਪੈਣਗੇ। ਇਹ ਅੱਜ ਦੀ ਨਹੀਂ ਗੱਲ, ਬਹੁਤ ਦੇਰ ਪਹਿਲਾਂ ਤੋਂ ਲਗਾਤਾਰ ਅਲੱਗ-ਅਲੱਗ ਕਮਿਸ਼ਨ ਬਣੇ ਆ ਜਿਨ੍ਹਾਂ ਨੇ ਸੁਜੈਸ਼ਨ ਦਿੱਤੇ ਆ। ਹੋਰ ਤੇ ਹੋਰ ਗੱਲ ਛੱਡੋ ਤੁਸੀਂ, ਜੀ ਪਾਰਲੀਮੈਂਟ ਨੇ ਪੰਚਾਇਤਾਂ ਦੇ 29 ਡਿਪਾਰਟਮੈਂਟ ਆ ਜਿਹੜੇ ਸਾਰੇ ਦੇ ਸਾਰੇ ਸੰਵਿਧਾਨ 'ਚ ਲਿਖਿਆ। ਸੰਵਿਧਾਨ 'ਚ ਕੋਈ ਐਵੇਂ ਨਹੀਂ ਵੀ ਕਿਸੇ ਨੇ ਕਾਨੂੰਨ ਬਣਾਇਆ ਜਾਂ ਸਾਡੇ ਸੰਵਿਧਾਨ 'ਚ ਹੈ ਕਿ 29 ਡਿਪਾਰਟਮੈਂਟ ਪੰਚਾਇਤਾਂ ਨੂੰ ਟ੍ਰਾਂਸਫਰ ਹੋਣੇ ਚਾਹੀਦੇ ਆ। 18-19 ਡਿਪਾਰਟਮੈਂਟ ਜਿਹੜੀਆਂ ਅਰਬਨ ਲੋਕਲ ਬਾਡੀਜ਼ ਆ ਉਹਨਾਂ ਦੇ ਅਧਿਕਾਰ ਖੇਤਰ 'ਚ ਆਉਂਦੇ, ਉਹ ਸਾਰੇ ਟ੍ਰਾਂਸਫਰ ਉਹਨਾਂ ਦੇ, ਜਿਵੇਂ ਮਿਨਿਸਟਰੀਆਂ ਸਮਝ ਲਓ, ਜਿਹੜੇ ਮਹਿਕਮੇ ਉਹ ਇੰਨੀਆਂ ਮਿਨਿਸਟਰੀਆਂ ਆ ਉਹਨਾਂ ਦੀਆਂ, ਉਹ 'ਚ ਆਮਦਨ ਦੇ ਸਾਧਨ ਵੀ ਆ, ਹੋਰ ਕਾਰ ਸਾਰਾ ਕੁਝ, ਤਾਂ ਕਿ ਥੱਲਿਓਂ ਵਿਕਾਸ ਹੋਵੇ। ਇਹ ਉਦੋਂ ਰਾਜੀਵ ਗਾਂਧੀ ਕਰ ਗਿਆ ਸੀਗਾ, ਇਹ ਜਿਹੜਾ 92-93 ਵਿੱਚ। ਇੱਕ ਵੀ ਮਹਿਕਮਾ ਨਹੀਂ ਦਿੰਦੇ ਜਿਹੜਾ ਬਿਲਕੁਲ ਟੁੱਟਾ ਭੱਜਾ, ਇੱਕ ਦੋ ਕੋਈ ਦਿੱਤੇ ਹੋਣਗੇ ਕਿਸੇ ਵੇਲੇ, ਪਰ ਬਾਕੀ ਸਾਰੇ ਮਹਿਕਮੇ ਆਪਣੇ ਹੱਥ 'ਚ ਲੈ ਕੇ ਬੈਠੇ ਆ। ਇਹ ਕੀ ਇਲੈਕਸ਼ਨ ਕਮਿਸ਼ਨ ਇਹਨਾਂ ਕੋਲ ਮੰਗ ਕਿਉਂ ਨਹੀਂ ਕਰਦਾ? ਬਈ ਆਹ ਸੰਵਿਧਾਨ ਦੇ ਵਿੱਚ ਤੁਹਾਡੀ ਡਿਊਟੀ ਹੈ, ਤੁਸੀਂ ਅਜੇ ਤੱਕ ਕਿਉਂ ਨਹੀਂ ਕੀਤਾ? ਮੈਂ ਤੁਹਾਨੂੰ ਇਲੈਕਸ਼ਨ ਨਹੀਂ ਲੜਨ ਦਿੰਦਾ, ਜਾ ਕੇ ਪਹਿਲਾਂ ਇਹ ਕਰਕੇ ਆਓ, ਹੁਣੇ ਐਲਾਨ ਕਰੋ, ਤਾਂ ਮੈਂ ਤੁਹਾਨੂੰ ਇਲੈਕਸ਼ਨ 'ਚ ਉਤਰਨ ਦਊਗਾ। ਜਿਹੜੀ ਵੀ ਸਰਕਾਰ ਬਣਦੀ ਆ, ਇਹ ਕੁਝ ਪਤਾ ਹੀ ਨਹੀਂ ਕੀ ਕਿੱਦਾਂ ਆ, ਕਿਹੜੇ ਮਨ ਇਹਨਾਂ ਦੇ ਆ, ਦਿਲ 'ਚ ਕੀ ਆ, ਸਿਰਫ ਤਨਖਾਹਾਂ ਲੈਣ ਲਈ ਬਣਾਏ ਹੋਏ ਆ ਉੱਥੇ ਇਲੈਕਸ਼ਨ ਕਮਿਸ਼ਨ। ਇਸ ਗੱਲ ਦਾ ਸਾਨੂੰ ਅਫਸੋਸ ਆ ਕਿ ਕੁਝ ਕੁ ਲੋਕਾਂ ਦੇ, ਤੁਹਾਡੇ ਸਾਡੇ ਵਰਗਿਆਂ ਦੇ ਕੰਸਰਨ ਹੈਗੇ ਆ ਇਹ, ਬਾਕੀ ਬਹੁਤੇ ਬੰਦੇ ਤੇ ਮੈਨੂੰ ਡੰਗ ਟਪਾਊ ਲੱਗ ਰਹੇ। ਹਾਂਜੀ ਬਿਲਕੁਲ ਬਿਲਕੁਲ, ਸਵਾਲ ਉੱਠਣੇ ਲਾਜ਼ਮੀ ਨੇ। ਇੱਕ ਜਿਹੜੀ ਗੱਲ ਅਰਵਿੰਦ ਕੇਜਰੀਵਾਲ ਹੋਣਾ ਦੀ ਕਿਹਾ ਜਾ ਰਿਹਾ, ਯਾਰ ਦਿੱਲੀ 'ਚ ਕਿਉਂ ਨਹੀਂ ਦਿੰਦੇ, ਪੰਜਾਬ 'ਚ ਵਾਅਦਾ ਕਿਉਂ ਕਰ ਰਹੇ ਨੇ, ਜਾਂ ਬਾਕੀ ਸਟੇਟਾਂ ਦੇ ਵਿੱਚ ਕਿਉਂ ਨਹੀਂ ਇਹੋ ਜਿਹਾ ਕੁਝ। ਕਾਂਗਰਸ ਉੱਤੇ ਵੀ ਸਵਾਲ ਉੱਠਦਾ ਹੈ ਕਿ ਜੇ ਅੱਜ ਨਵਜੋਤ ਸਿੱਧੂ ਕਹਿੰਦੇ ਨੇ 5000 10,000 20,000 ਸਕੂਟਰੀਆਂ ਲੈਪਟਾਪ ਇਹ ਦੇ ਦੇਾਂਗੇ, ਤਾਂ ਜਿਨ੍ਹਾਂ ਸਟੇਟਾਂ ਦੇ ਵਿੱਚ ਇਹਨਾਂ ਦੀ ਸਰਕਾਰ ਹੈ ਉੱਥੇ ਕਿਉਂ ਨਹੀਂ ਦੇ ਰਹੇ? ਉੱਥੇ ਅਮਲ ਦੇ ਵਿੱਚ ਲਿਆਉਣ, ਫਿਰ ਉੱਥੋਂ ਦਾ ਮਾਡਲ ਇੱਥੇ ਵੀ ਦਿਖਾ ਦੇਣ। ਜਿਵੇਂ ਦਿੱਲੀ ਵਾਲੇ ਆਪਣੀਆਂ ਗੱਲਾਂ ਕਰਦੇ ਨੇ, ਸ਼ਬਦ ਬਾਗ ਨੇ, ਤੁਹਾਨੂੰ ਸਾਨੂੰ ਸਾਰਿਆਂ ਨੂੰ ਜਿਹੜਾ ਇਹ ਸਮਝਣਾ ਪੈਣਾ। ਮੈਂ ਸਵਾਲ ਇੱਥੇ ਇਹ ਕਰਨਾ ਸੀ ਕਿ ਜਦੋਂ ਪ੍ਰੋਫੈਸਰ ਸਾਹਿਬ ਚੋਣ ਕਮਿਸ਼ਨ ਦੀ ਗੱਲ ਹੁੰਦੀ ਹੈ, ਅਪਰਾਧਕ ਪਿਛੋਕੜ ਜਿਨ੍ਹਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ, ਉਹਨਾਂ ਉਮੀਦਵਾਰਾਂ ਬਾਰੇ, ਉਹਨਾਂ ਬਾਰੇ ਕੋਈ ਵੀ, ਉਹਨਾਂ ਨੇ ਕਿਹਾ ਕਿ ਜਨਤਕ ਕਰੋ ਸਾਰਾ ਕੁਝ। ਕੋਈ ਸਿਆਸੀ ਧਿਰੇ ਦੇ ਉੱਤੇ ਆ ਕੇ ਧਰਨਾ ਨਹੀਂ ਮਾਰਦੀ, ਕੋਈ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਨਹੀਂ ਕਰਦੀ ਕਿ ਦੇਖੋ ਜੀ ਅਸੀਂ ਕਰਤਾ, ਇਹਨੇ ਤਾਂ ਕੀਤਾ ਨਹੀਂ। ਨਾ ਇਲੈਕਸ਼ਨ ਕਮਿਸ਼ਨ ਇਹ ਤੇ ਨੋਟਿਸ ਲੈਂਦਾ ਕਿ ਵੱਡੇ ਵੱਡੇ ਹੋਰਡਿੰਗ ਬੋਰਡ ਲੱਗ ਜਾਂਦੇ ਨੇ ਉਮੀਦਵਾਰ ਬਣਾਉਣ ਲਈ, ਧੰਨਵਾਦ ਜੀ, ਅਸੀਂ ਖੁਸ਼ ਹਾਂ ਜੀ, ਇੱਕ ਦੂਜੇ ਦਾ ਸਵਾਗਤ ਕਰਦੇ ਨੇ, ਵੱਡੇ ਵੱਡੇ ਬੋਰਡ ਲੱਗ ਜਾਂਦੇ ਨੇ। ਉਹ ਬੋਰਡ ਨਹੀਂ ਲਾਉਂਦੇ ਕਿ ਮੈਂ ਜੀ ਇੰਨੇ ਕੇਸ ਨੇ ਮੇਰੇ ਉੱਤੇ, ਹੱਥ 'ਚ ਬੰਨ ਕੇ, ਜੇ ਕਿਤੇ ਇਹੋ ਜਿਹੇ ਵੀ ਲਾ ਦੇਣ ਪੰਜਾਬ ਭਰ 'ਚ। ਨਹੀਂ, ਉਹ ਠੀਕ ਹੈ, ਜਿਹੜਾ ਫਾਰਮ ਭਰਨਾ ਹੁੰਦਾ ਆ ਜਾਂ ਉਹ ਸਾਰੇ 'ਚ ਲਿਖਣਾ ਪੈਂਦਾ, ਜੇ ਕੋਈ ਹੈਗੇ ਆ। SSM ਦਾ ਮੈਂ ਦੇਖਿਆ ਪ੍ਰਕਿਰਿਆ 'ਚ, ਉਹਨਾਂ ਨੇ ਵੀ ਇੱਕ ਕਾਲਮ ਬਣਾਇਆ ਸੀ ਕਿ ਜੇ ਤੁਹਾਨੂੰ ਕੋਈ ਸਜ਼ਾ ਜ਼ਾਬਤਾ ਜਾਂ ਕੋਈ ਤੁਹਾਡੇ FIR ਹੈ, ਉਹ ਸਾਨੂੰ ਦੱਸੋ ਤਾਂ ਕਿ ਅਸੀਂ ਫਿਰ ਉਹਨਾਂ ਨੂੰ ਅਲੱਗ ਸਕਰੀਨਿੰਗ ਕਰਕੇ ਕਰ ਛੱਡੀਏ। ਇਹੋ ਜਿਹਾ ਇੱਕ ਫਾਰਮਲ ਪ੍ਰੋਸੀਜਰ ਜ਼ਰੂਰ ਆ, ਪਰ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਸਾਡੀ ਜਿਹੜੀ ਰਾਜਨੀਤਿਕ ਪਾਰਟੀਆਂ ਉਹ ਜ਼ਿਆਦਾ ਤੋਂ ਜ਼ਿਆਦਾ ਇੱਕ ਗੈਂਗ ਨੁਮਾ ਬਣਦੀਆਂ ਜਾ ਰਹੀਆਂ। ਇਹ ਇੱਕ ਬੜੀ ਚਿੰਤਾਜਨਕ ਗੱਲ ਹੈਗੀ। ਪਾਰਲੀਮੈਂਟ ਦੀ ਕੱਲੀ ਮੈਂਬਰ ਪਾਰਲੀਮੈਂਟ ਹੀ ਨਹੀਂ, ਉੱਥੋਂ ਦੇ ਸਾਂਸਦ ਹੀ ਨਹੀਂ, ਸਗੋਂ ਕੈਬਨਿਟ ਦੇ ਅੰਦਰ ਵੀ 40% ਤੋਂ ਵੱਧ ਬੰਦੇ ਇਹੋ ਜਿਹੇ ਬੈਠੇ ਆ ਜਿਨ੍ਹਾਂ ਦੀ ਉੱਤੇ ਕਿਸੇ ਨਾ ਕਿਸੇ ਟਾਈਮ ਦੇ ਕ੍ਰਿਮੀਨਲ ਕੇਸਿਸ ਹੈਗੇ। ਫਿਰ ਹੁਣ ਕੀ ਕਰੋਗੇ? ਕੌਣ ਉਹਨਾਂ ਨੂੰ ਅੱਗੇ ਲੈ ਕੇ ਆਉਂਦਾ? ਇਹ ਛਾਨਣਾ ਇਹ ਵੀ ਇਲੈਕਸ਼ਨ ਕਮਿਸ਼ਨ ਨੇ ਲਾਉਣਾ। ਕਿਉਂ ਉਹਨਾਂ ਨੂੰ ਜਦ ਉਹ ਫਾਰਮ 'ਚ ਭਰ ਕੇ ਦਿੰਦੇ ਆ ਵੀ ਹਾਂ ਸਾਡੇ ਤਾਂ ਉੱਥੋਂ ਹੀ ਡਾਟਾ ਆਉਂਦਾ। ਇਹ ਡਾਟਾ ਕੋਈ ਸਾਡਾ ਘਰ ਦਾ ਪੈਦਾ ਕੋਈ ਇਨਵੈਸਟੀਗੇਸ਼ਨ ਨਹੀਂ ਹੈ। ਜਿਹੜਾ ਕੈਂਡੀਡੇਟਾਂ ਨੇ ਡਾਟਾ ਸਬਮਿਟ ਕੀਤਾ ਹੈ ਇਲੈਕਸ਼ਨ ਕਮਿਸ਼ਨ ਕੋਲ, ਉਹਦੇ ਚੋਂ ਡਾਟਾ ਮੈਂ ਤੁਹਾਨੂੰ ਦੇ ਰਿਹਾ। ਇਹ ਅੰਕੜੇ ਹੈਗੇ। ਪਿਛਲੀ ਵਾਰੀ 37% ਸੀ, ਐਤਕੀ ਓਵਰਆਲ 43% ਮੈਂਬਰ ਪਾਰਲੀਮੈਂਟ ਸਾਡੇ ਜਿਹੜੇ ਮਾਨਯੋਗ ਹੈਗੇ ਆ ਉਹ ਇਹੋ ਜਿਹੇ ਹੈਗੇ। ਉੱਥੇ ਫਿਰ ਜਾ ਕੇ ਉਹ ਬਹਿਸ ਕਰਨਗੇ, ਉਹ ਜੁੱਤੀ ਹੋਣਗੇ ਉੱਥੇ। ਉਹੀ ਸਾਰਾ ਕੁਝ ਹਰ ਸੈਸ਼ਨ ਆਉਂਦਾ, ਆਹ ਕੁਝ ਕਰਦਾ, ਜਿਹੋ ਜਿਹੇ ਬੰਦੇ, ਉਹੋ ਜਿਹੀ ਮੱਤ, ਉਹੋ ਜਿਹੇ ਉਹਨਾਂ ਦੇ ਕੰਮ। ਇਹ ਤੇ ਬਦਲਣਾ ਤੇ ਪਊਗਾ, ਬਹੁਤੀ ਦੇਰ ਨਹੀਂ ਇੰਜ ਚੱਲ ਸਕਦਾ। ਸੁਖਵਿੰਦਰ ਜੀ ਜੀ, ਮੇਰਾ ਆਖਰੀ ਸਵਾਲ ਇਹ ਆ ਕਿ ਹੁਣ ਅੱਗੋਂ ਜਿਹੜਾ ਸੰਸਦ ਦਾ ਬਜਟ ਇਜਲਾਸ ਆਉਣ ਵਾਲਾ ਅਗਲੇ ਦਿਨਾਂ ਦੇ ਵਿੱਚ, ਉਹਨੂੰ ਲੈ ਕੇ ਇਹੀ ਚਰਚਾਵਾਂ ਚੱਲ ਰਹੀਆਂ ਕਿ ਕੇਂਦਰ ਸਰਕਾਰ ਜਿਹੜੀ ਹੈ, ਕਿਉਂਕਿ ਇੱਕ ਤਾਂ ਚੋਣਾਂ ਸਿਰ ਦੇ ਉੱਤੇ ਨੇ, ਕਿਤੇ ਨਾ ਕਿਤੇ ਪੰਜਾਬ ਨੂੰ ਲੈ ਕੇ ਕੋਈ ਵੱਡਾ ਐਲਾਨ ਕਰ ਸਕਦੀ ਹੈ, ਕੋਈ ਪੈਕੇਜ ਦੇ ਸਕਦੀ ਹੈ। ਕਿਉਂਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨਾਲ ਜਾ ਕੇ ਮਿਲ ਗਏ, ਕੈਪਟਨ ਸਾਹਿਬ ਜਾ ਕੇ ਮਿਲ ਗਏ, ਕੁਝ ਇਹੋ ਜਿਹੀਆਂ ਜਿਹੜੀਆਂ ਕਨਸੋਆਂ ਮਿਲ ਰਹੀਆਂ ਨੇ। ਉਹ ਤੇ ਮੋਦੀ ਦੇ ਕਿਹੜੇ ਹਾਲ ਚੱਲਦੇ ਜਾਂ ਟਰੈਕਟਰ ਚੱਲਦੇ ਆ? ਪੈਸਾ ਲੋਕਾਂ ਦਾ ਪੈਸਾ, ਟੈਕਸਾਂ ਦਾ ਪੈਸਾ ਹੀ ਦੇਣਾ। ਔਰ ਸਾਡੀ ਬਾਰਡਰ ਦੀ ਸਟੇਟ ਆ, ਸਾਨੂੰ ਤੇ ਕਦੀ ਕੋਈ ਰਾਹਤ ਨਹੀਂ ਦਿੱਤੀ। ਬੱਦੀ ਦੇ ਵਿੱਚ ਇੰਡਸਟਰੀ ਲਾਉਣ ਦੀ ਹਿਮਾਚਲ ਨੂੰ ਦਿੱਤੀ ਆ, ਹੋਰਨਾਂ ਨੂੰ ਦਿੰਦੇ, ਸਾਨੂੰ ਤੇ ਕੋਈ ਰਾਹਤ ਨਹੀਂ ਦਿੱਤੀ। ਸਾਨੂੰ ਹੋਰ ਲੜਾਈ ਜਦੋਂ ਹੋਵੇ ਫਿਰ
ਰਣ ਗਗਨ ਦਾ ਮਾਮਾ ਵੱਜਿਓ ਸਿੰਘੋ ਸਰਦਾਰੋ ਸਾਡੇ ਵੇਲੇ ਨਰਿੰਦਰ ਬੀਬਾ ਗਾਉਂਦੇ ਸੀ। ਉਦੋਂ ਫਿਰ ਇਹਨਾਂ ਨੂੰ ਚਮਲਾ ਕੇ ਕਹਿੰਦੇ ਡੋਲੋ ਖੂਨ ਉੱਥੇ ਜਾ ਕੇ ਬਾਰਡਰ ਤੇ ਕਿਸੇ ਦੇ ਵੀ। ਇਹ ਕੰਮ ਠੀਕ ਨਹੀਂ ਹੈ, ਸਾਨੂੰ ਵਰਤਣਾ ਔਰ ਮੁੜ ਕੇ ਭੁੱਲ ਜਾਣਾ। ਪੰਜਾਬ ਨੂੰ ਇਹ ਇੱਕ ਅਹਿਮ ਵਿਰਸੇ ਦੇ ਮਾਲਕ ਹੈਗੇ ਆ। ਉਹਨਾਂ ਵੱਲ ਜੇ ਕੋਈ ਉਹਨਾਂ ਨੂੰ ਦਿੰਦੇ ਆ 4 ਪੈਸੇ, ਬੀਜੇਪੀ ਦਿੰਦੀ ਆ, ਆਪਣੇ ਕਾਰਨਾਂ ਕਰਕੇ ਦਿੰਦੀ ਆ, ਪਤਿਆਉਣ ਲਈ ਦਿੰਦੀ ਆ, ਲੋਕਾਂ ਨੂੰ ਖੁਸ਼ ਕਰਨ ਲਈ, ਵੋਟਾਂ ਲਈ ਦਿੰਦੀ ਆ, ਦੇਣੇ ਚਾਹੀਦੇ ਆ, ਕਿਉਂ ਨਹੀਂ ਦੇਣੇ ਚਾਹੀਦੇ? ਵੱਧ ਤੋਂ ਵੱਧ ਦੇਣੇ ਚਾਹੀਦੇ ਆ। ਪਰ ਜੇ ਪਹਿਲਾਂ ਦੇਣਗੇ ਤੇ ਚੰਗਾ ਲੱਗੂਗਾ, ਜੇ ਇਲੈਕਸ਼ਨ ਦੇ ਦਿਨਾਂ 'ਚ ਦੇਣਗੇ ਤੇ ਲੱਗੂਗਾ ਬਾਕੀ ਪਾਰਟੀਆਂ ਵਾਂਗੂ ਇਹ ਵੀ ਇੱਕ ਲੋਭ 'ਚ ਫਸਾ ਕੇ, ਲਾਲਚ ਦੇ ਕੇ, ਲੋਕਾਂ ਨੂੰ ਖੁਸ਼ ਕਰਕੇ ਆਪਣੀਆਂ ਵੋਟਾਂ ਹੀ ਬਣਾ ਰਹੇ ਆ। ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਲੱਗਦੀ। ਪਰ ਜੇ ਕੋਈ ਇਹੋ ਜਿਹਾ ਵੱਡਾ ਵਾਅਦਾ ਕਰਦੇ ਆ ਤਾਂ ਠੀਕ ਹੈ, ਲੋਕਾਂ ਨੂੰ ਉਸ ਨੂੰ ਉਸੇ ਰੂਪ 'ਚ ਦੇਖਣਾ ਵੀ ਚਾਹੀਦਾ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਤੁਹਾਡਾ, ਤੁਹਾਡੀ ਸਾਰੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਚੋਣਾਂ ਸਿਰ ਦੇ ਉੱਤੇ ਨੇ, ਨਾਮਜ਼ਦਗੀਆਂ ਦਾ ਦੌਰ ਤੇ 26 ਜਨਵਰੀ ਤੇ ਨਾਲੋਂ ਨਾਲ ਇਸ ਤੋਂ ਬਾਅਦ ਜੋ ਕੁਝ ਸਿਆਸਤ ਦੇ ਵਿੱਚ ਬਦਲਦਾ ਨਜ਼ਰ ਆਉਣਾ ਹੈ, ਬਜਟ ਇਜਲਾਸ ਹੋਣਾ ਹੈ, ਰਾਹੁਲ ਗਾਂਧੀ ਹੋਰੀ ਪੰਜਾਬ ਆ ਰਹੇ ਨੇ, ਮੋਦੀ ਸਾਹਿਬ ਗਏ ਪੰਜਾਬ ਤੋਂ ਤੇ ਵਾਪਸ ਨਹੀਂ ਆਏ। ਹੁਣ ਤੱਕ ਕਹਿੰਦੇ ਸੀ ਬਹੁਤ ਕੁਝ ਦੇਣਗੇ, ਉੱਥੋਂ ਉਮੀਦਵਾਰਾਂ ਦੀਆਂ ਲਿਸਟਾਂ ਤਾਂ ਜਾਰੀ ਹੋ ਗਈਆਂ ਪਰ ਹੁਣ ਤੱਕ ਪੰਜਾਬ ਦੇ ਲਈ ਕੁਝ ਐਲਾਨ ਨਹੀਂ ਹੋਇਆ। ਲੋਕ ਉਡੀਕ ਰਹੇ ਨੇ, ਸੰਯੁਕਤ ਸਮਾਜ ਮੋਰਚੇ ਤੇ ਵੀ ਨਜ਼ਰਾਂ ਰੱਖ ਰਹੇ ਨੇ। ਸਭ ਦੇ ਉੱਤੇ ਅਸੀਂ ਚਰਚਾ ਕੀਤੀ ਆ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।